ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੇ ਅਹਿਮ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਬਿਜਲੀ ਸੰਸ਼ੋਧਨ ਬਿੱਲ ਤੇ ਭੜ ਕੇ ਸੀਐਮ ਮਾਨ ਕਿਹਾ ਕੇਂਦਰ ਸਰਕਾਰ ਸੂਬਿਆਂ ਨੂੰ ਕਠਪੁਤਲੀ ਨਾ ਸਮਝੇ। ਸਿੱਖਿਆ ਮੰਤਰੀ ਦੀ ਸਕੂਲ ਵਿੱਚ ਚੈਕਿੰਗ ਬਦਹਾਲੀ ਦੇ ਬੋਲੇ ਹਕੀਕਤ ਹੀ ਦੇਖਣ ਆਇਆ ਸੀ। ਅਤੇ ਚੰਡੀਗੜ੍ਹ ਪੁਲਿਸ ਦੀ ਤਿਰੰਗਾ ਯਾਤਰਾ ਹੋਈ ਟ੍ਰੋਲ, ਲੋਕ ਬੋਲੇ ਪੈਦਲ ਜਾਂ ਸਾਈਕਲ ਤੇ ਨਿਕਲਦੇ ਤਾਂ ਤੇਲ ਬਚਦਾ। ਤਾਂ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਕੇਂਦਰ ਸਰਕਾਰ ਦੇ ਬਿਜਲੀ ਸੰਸ਼ੋਧਨ ਬਿੱਲ ਦੀ, ਜਿਸ ਦਾ ਤਿੱਖੇ ਸ਼ਬਦਾਂ ਦੇ ਵਿੱਚ ਵਿਰੋਧ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ। ਇਸ ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਭਗਵੰਤ ਮਾਨ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਹੈ, ਜਿਸ ਤੇ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਸੂਬਿਆਂ ਨੂੰ ਕਠਪੁਤਲੀ ਨਾ ਸਮਝੇ। ਉਧਰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅਚਨਚੇਤ ਖਰੜ ਦੇ ਦੇਸੂ ਮਾਜਰਾ ਦੇ ਇੱਕ ਸਰਕਾਰੀ ਸਕੂਲ ਦੇ ਵਿੱਚ ਚੈਕਿੰਗ ਕੀਤੀ। ਚੈਕਿੰਗ ਦੇ ਦੌਰਾਨ ਜੋ ਨਜ਼ਾਰਾ ਪਾਇਆ ਗਿਆ ਉਹ ਬੇਹੱਦ ਹੈਰਾਨ ਕਰਨ ਵਾਲਾ ਸੀ। ਫਰਨੀਚਰ ਨਹੀਂ ਸੀ, ਬੱਚੇ ਜ਼ਮੀਨ ਤੇ ਹੀ ਬੈਠੇ ਹੋਏ ਸੀ। ਬਦਹਾਲੀ ਦਾ ਆਲਮ ਉੱਥੇ ਨਜ਼ਰ ਆ ਰਿਹਾ ਸੀ, ਜਿਸ ਤੋਂ ਬਾਅਦ ਬੈਂਸ ਬੋਲੇ ਕਿ ਉਹ ਹਕੀਕਤ ਹੀ ਦੇਖਣ ਆਏ ਸੀ। पंजाबी सॉन्ग कोई भी टेस्ट नहीं है क्लास पानी ਦੇ ਸਥਾਨ ਹੈ ਨਾ ਜਿਹੜਾ ਅੱਜ ਤੱਕ ਹੀ ਆਇਆ ਹੋਇਆ ਬੋਲ ਕਰਕੇ ਮੈਂ ਜਲਦੀ ਬਾਅਦ ਵਾਲੀ ਕਰ ਲੈ ਕੇ ਦਿੰਦੇ ਆ, ਠੀਕ ਹੈ ਨਾ। क्लासा में ये बात करते हैं नहीं क्लासेस एग्जाम पर ऐसा एग्जाम है ना उधर चंडीगढ़ पुलिस वालों तिरंगा यात्रा कड्ढी गई, पर वो तिरंगा यात्रा हुण ट्रोल हो रही है। सोशल मीडिया ते लगातार उसनूं ट्रोल किया जा रहा है। वजह यह है कि ट्रोलर्स कह रहे हैं, आम जनता कह रही है कि गड्डियां दी बजाए जेकर पैदल निकलती पंजाब पुलिस या फिर साइकिल लैके निकलती तां फिर तेल का भी खर्चा बचना सी। ਆਜ਼ਾਦੀ ਦੇ 75ਵੇਂ ਸਾਲ ਪੂਰੇ ਹੋਣ ਦੀ ਖੁਸ਼ੀ 'ਚ ਚੰਡੀਗੜ੍ਹ ਪੁਲਿਸ ਵੱਲੋਂ ਕੱਢੇ ਗਏ ਤਿਰੰਗਾ ਮਾਰਚ ਨੂੰ ਸੋਸ਼ਲ ਮੀਡੀਆ ਤੇ ਟ੍ਰੋਲ ਕੀਤਾ ਜਾ ਰਿਹਾ ਹੈ। ਦਰਅਸਲ ਪੁਲਿਸ ਨੇ ਗੱਡੀਆਂ ਵਿੱਚ ਯਾਤਰਾ ਕੱਢੀ ਅਤੇ ਇਸ ਦੌਰਾਨ ਪੁਲਿਸ ਵਾਲੇ ਹੱਥਾਂ ਵਿੱਚ ਝੰਡੇ ਲੈ ਕੇ ਚੱਲ ਰਹੇ ਸੀ। ਯਾਤਰਾ ਸ਼ਹਿਰ ਦੇ ਕਈ ਸੈਕਟਰਾਂ ਵਿੱਚੋਂ ਹੋ ਕੇ ਲੰਘੀ। ਚੰਡੀਗੜ੍ਹ ਪੁਲਿਸ ਦੀਆਂ ਜ਼ਿਆਦਾਤਰ ਗੱਡੀਆਂ ਡੀਜ਼ਲ ਤੇ ਚੱਲ ਰਹੀਆਂ ਹਨ ਅਤੇ ਪ੍ਰਸ਼ਾਸਨ ਚੰਡੀਗੜ੍ਹ ਨੂੰ ਪ੍ਰਦੂਸ਼ਣ ਮੁਕਤ ਸ਼ਹਿਰ ਬਣਾਉਣ ਲਈ ਯਤਨਸ਼ੀਲ ਹੈ। ਉਧਰ ਸੋਸ਼ਲ ਮੀਡੀਆ ਤੇ ਇਸ ਵੀਡੀਓ ਦੇ ਪੋਸਟ ਹੁੰਦੇ ਹੀ ਲੋਕਾਂ ਦੀਆਂ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ, ਜਿਸ ਵਿੱਚ ਇੱਕ ਡਾਕਟਰ ਨੇ ਕਿਹਾ ਕਿ ਇਹ ਯਾਤਰਾ ਪੈਦਲ ਹੀ ਕੀਤੀ ਜਾ ਸਕਦੀ ਸੀ। ਇਸ ਨਾਲ ਤੇਲ ਦੀ ਵੀ ਬਚਤ ਹੁੰਦੀ ਅਤੇ ਕੁਝ ਸਰੀਰਕ ਗਤੀਵਿਧੀਆਂ ਵੀ ਹੁੰਦੀ। ਦੂਜੇ ਪਾਸੇ ਡਾਕਟਰ ਸੰਧੂ ਨੇ ਕਿਹਾ ਕਿ ਹੁਣ ਪੁਲਿਸ ਨੂੰ ਵੀ ਦੇਸ਼ ਭਗਤੀ ਦਾ ਸਬੂਤ ਦੇਣਾ ਪਵੇਗਾ। ਇਸ ਨੂੰ ਪ੍ਰਮੋਸ਼ਨ, ਸ਼ੋਅ ਆਫ ਅਤੇ PR ਦੱਸਿਆ। ਇਸ ਤੇ ਰਾਜੇਸ਼ ਅਹੂਜਾ ਨੇ ਕਿਹਾ ਕਿ ਨੌਕਰੀ ਵੀ ਕਰਨੀ ਪੈਂਦੀ ਹੈ।
ਜਗਮੀਤ ਸਿੰਘ ਵੈਂਡਰ ਨੇ ਕਿਹਾ ਕਿ ਇੱਕ ਵਾਰ ਕੋਰੋਨਾ ਯੋਧਿਆਂ ਦੇ ਸਨਮਾਨ ਵਿੱਚ ਤਾੜੀਆਂ ਵਜਾਉਣ ਦਾ ਸੱਦਾ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਸਰਕਾਰੀ ਤੰਤਰ ਨੂੰ ਬਰਬਾਦ ਕਰ ਰਹੇ ਹਨ। ਜਾਣਕਾਰੀ ਮੁਤਾਬਕ ਚੰਡੀਗੜ੍ਹ ਪੁਲਿਸ ਦੀ ਹਰ ਯੂਨਿਟ ਨੇ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ ਆਪਣੀ ਪ੍ਰਤੀਨਿਧਤਾ ਕਰਨੀ ਸੀ। ਅਜਿਹੇ ਵਿੱਚ ਚੰਡੀਗੜ੍ਹ ਪੁਲਿਸ ਦੀ PCR ਯੂਨਿਟ ਨੇ ਇਹ ਰੈਲੀ ਕੱਢੀ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। उधर चंडीगढ़ कांग्रेस वालों एक बार फिर तो प्रदर्शन किया गया। इस बार भी मुद्दा महंगाई बेरोजगारी ते विगड़ती अर्थव्यवस्था ही है। ते इस दौरान वध चढ़ के प्रदर्शन उन्होंने वालों किया गया। पेश रिपोर्ट। ਵੱਧਦੀ ਮਹਿੰਗਾਈ, ਵਿਗੜਦੀ ਅਰਥ ਵਿਵਸਥਾ ਤੇ ਬੇਰੁਜ਼ਗਾਰੀ ਵਰਗੇ ਅਨੇਕਾਂ ਮੁੱਦਿਆਂ ਤੇ ਅੱਜ ਚੰਡੀਗੜ੍ਹ ਯੂਥ ਕਾਂਗਰਸ ਨੇ ਮਨੀਮਾਜਰਾ ਦੇ ਵਿੱਚ ਪ੍ਰਦਰਸ਼ਨ ਕੀਤਾ। ਮਨੀਮਾਜਰਾ ਦੇ ਸ਼ਾਸਤਰੀ ਨਗਰ ਲਾਈਟ ਪੁਆਇੰਟ ਦੇ ਕੋਲ ਇਹ ਪ੍ਰਦਰਸ਼ਨ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਦੀ ਅਗਵਾਈ ਦੇ ਵਿੱਚ ਕੀਤਾ ਗਿਆ। ਇਸ ਦੌਰਾਨ ਕਈ ਕਾਂਗਰਸੀ ਵਰਕਰ ਇੱਥੇ ਪਹੁੰਚੇ ਤੇ ਮੋਦੀ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨ ਦੇ ਦੌਰਾਨ ਕਾਂਗਰਸੀ ਵਰਕਰ ਰੇਹੜੀਆਂ ਦੇ ਉੱਪਰ ਸਿਲੰਡਰ ਲੈ ਕੇ ਪਹੁੰਚੇ ਤੇ ਕੇਂਦਰ ਸਰਕਾਰ ਦੇ ਖਿਲਾਫ ਇਸ ਵੱਧਦੀ ਮਹਿੰਗਾਈ ਨੂੰ ਲੈ ਕੇ ਖੂਬ ਪ੍ਰਦਰਸ਼ਨ ਕੀਤਾ ਗਿਆ। मुर्दाबाद मोदी सरकार 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 मुर्दाबाद। ਉੱਥੇ ਹੀ ਸੁਰੱਖਿਆ ਦੇ ਲਿਹਾਜ਼ ਤੋਂ ਚੰਡੀਗੜ੍ਹ ਪੁਲਿਸ ਦੇ ਜਵਾਨ ਵੀ ਇੱਥੇ ਜੁਟੇ ਹੋਏ ਸਨ ਤੇ ਕਾਂਗਰਸੀਆਂ ਦੇ ਉੱਪਰ ਪੁਲਿਸ ਦੇ ਵੱਲੋਂ ਵਾਟਰ ਕੈਨਨ ਦਾ ਇਸਤੇਮਾਲ ਵੀ ਕੀਤਾ ਗਿਆ। ਦਰਅਸਲ ਕਾਂਗਰਸੀ ਬੈਰੀਕੇਡਿੰਗ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਜਿਸ ਦੇ ਚੱਲਦਿਆਂ ਪੁਲਿਸ ਦੇ ਵੱਲੋਂ ਇਹਨਾਂ ਨੂੰ ਰੋਕਣ ਦੇ ਲਈ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ। ਉੱਥੇ ਹੀ ਯੂਥ ਕਾਂਗਰਸ ਦੇ ਮਹਾਸਚਿਵ ਨਿਤਿਨ ਕੰਵਲ ਨੇ ਦੱਸਿਆ ਕਿ ਕੇਂਦਰ ਨੇ ਘਰੇਲੂ ਸਿਲੰਡਰ ਦੇ ਰੇਟ ਕਾਫੀ ਵਧਾ ਦਿੱਤੇ ਨੇ ਤਾਂ ਉੱਥੇ ਹੀ ਖਾਣ ਪੀਣ ਦੀਆਂ ਚੀਜ਼ਾਂ ਦੇ ਉੱਪਰ ਵੀ GST ਲਗਾਈ ਜਾ ਰਹੀ ਹੈ। ਨੌਜਵਾਨਾਂ ਦੇ ਲਈ ਨੌਕਰੀਆਂ ਨਾ ਦੇ ਬਰਾਬਰ ਰਹਿ ਗਈਆਂ ਨੇ ਤੇ ਮਹਿੰਗਾਈ ਆਮ ਜਨਤਾ ਦਾ ਲੱਕ ਤੋੜ ਰਹੀ ਹੈ ਤੇ ਇਸ ਵੱਧਦੀ ਮਹਿੰਗਾਈ ਦੇ ਖਿਲਾਫ ਕਾਂਗਰਸ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਕਾਂਗਰਸੀ ਵਰਕਰਾਂ ਦਾ ਇਹ ਵੀ ਕਹਿਣਾ ਸੀ ਕਿ ਮੋਦੀ ਸਰਕਾਰ ਕਾਂਗਰਸ ਨੂੰ ਦਬਾਉਣ ਦੇ ਲਈ ਉਸ ਤੇ ਵੱਡੀ ਕੌਮੀ ਪੱਧਰ ਤੇ ਨੇਤਾਵਾਂ ਤੇ ਕਾਰਵਾਈ ਕਰ ਰਹੀ ਹੈ। ਹਾਲਾਂਕਿ ਕਾਂਗਰਸ ਦਬਣ ਵਾਲੀ ਪਾਰਟੀ ਨਹੀਂ ਹੈ ਤੇ ਦੇਸ਼ ਅਤੇ ਆਮ ਲੋਕਾਂ ਦੇ ਨਾਲ ਜੁੜੇ ਇਹਨਾਂ ਮੁੱਦਿਆਂ ਨੂੰ ਉਹ ਲਗਾਤਾਰ ਚੁੱਕਦੇ ਰਹਿਣਗੇ। ਤੁਹਾਨੂੰ ਇਹ ਵੀ ਦੱਸ ਦਈਏ ਕਿ ਚੰਡੀਗੜ੍ਹ ਕਾਂਗਰਸ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਕਈ ਅਜਿਹੇ ਮੁੱਦਿਆਂ ਨੂੰ ਲੈ ਕੇ ਉਸ ਨੂੰ ਘੇਰਦੀ ਰਹੀ ਹੈ। ਉੱਥੇ ਹੀ ਬੀਤੇ ਦਿਨੀ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਤੋਂ ਈਡੀ ਦੇ ਵੱਲੋਂ ਪੁੱਛਗਿੱਛ ਦੇ ਵਿਰੋਧ ਦੇ ਵਿੱਚ ਵੀ ਚੰਡੀਗੜ੍ਹ 'ਚ ਈਡੀ ਖਿਲਾਫ ਪ੍ਰਦਰਸ਼ਨ ਕੀਤੇ ਗਏ ਸਨ ਤੇ ਇਹਨਾਂ ਹੀ ਸਾਰੇ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਕਾਂਗਰਸ ਦੇ ਵੱਲੋਂ ਹੱਲਾ ਬੋਲ ਪ੍ਰਦਰਸ਼ਨ ਕੀਤਾ ਗਿਆ ਤੇ ਇਹਨਾਂ ਮੁੱਦਿਆਂ ਨੂੰ ਲੈ ਕੇ ਹੀ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਿਆ ਗਿਆ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਅੱਜ ਤੋਂ ਤਕਰੀਬਨ 1 ਮਹੀਨਾ ਪਹਿਲਾਂ ਚੰਡੀਗੜ੍ਹ ਦੇ ਇੱਕ ਸਕੂਲ ਦੇ ਵਿੱਚ ਦਰਖਤ ਡਿੱਗ ਗਿਆ ਸੀ। ਉਸ ਦੌਰਾਨ ਇੱਕ ਬੱਚੀ ਦੀ ਮੌਤ ਵੀ ਹੋ ਗਈ ਸੀ। ਉੱਥੇ ਅਟੈਂਡੈਂਟ ਸੀ ਜੋ ਦਾਖਲ ਸੀ ਹਸਪਤਾਲ ਦੇ ਵਿੱਚ, ਜਿਸ ਨੂੰ ਅੱਜ ਡਿਸਚਾਰਜ ਮਿਲ ਗਿਆ। 1 ਮਹੀਨਾ ਤਾਂ ਬੀਤ ਗਿਆ ਪਰ ਹਾਲੇ ਤੱਕ ਜੋ ਵੀ ਇਸ ਪੂਰੇ ਹਾਦਸੇ ਦਾ ਜ਼ਿੰਮੇਵਾਰ ਸੀ, ਜੋ ਵੀ ਕਸੂਰਵਾਰ ਸੀ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਪੇਸ਼ ਹੈ ਰਿਪੋਰਟ। ਚੰਡੀਗੜ੍ਹ ਦੇ ਕਾਰਮਲ ਕਨਵੈਂਟ ਸਕੂਲ ਹੈਰੀਟੇਜ ਟਰੀ ਹਾਦਸੇ ਦਾ ਅੱਜ ਪੂਰਾ 1 ਮਹੀਨਾ ਹੋ ਗਿਆ। ਲੰਘੇ 8 ਜੁਲਾਈ ਨੂੰ ਸੈਕਟਰ 9 ਵਿਖੇ ਇਸ ਕਨਵੈਂਟ ਸਕੂਲ ਦੇ ਵਿੱਚ ਹੈਰੀਟੇਜ ਰੁੱਖ ਡਿੱਗ ਗਿਆ ਸੀ ਤੇ ਹੁਣ ਮਹੀਨੇ ਬਾਅਦ ਇੱਕ ਪਾਸੋਂ ਜਿੱਥੇ PGI ਤੋਂ ਚੰਗੀ ਖਬਰ ਆਈ ਹੈ ਕਿ ਸਕੂਲ ਅਟੈਂਡੈਂਟ ਸ਼ੀਲਾ ਡਿਸਚਾਰਜ ਹੋ ਗਈ ਹੈ ਤੇ ਉੱਥੇ ਸਕੂਲ ਅਟੈਂਡੈਂਟ ਸ਼ੀਲਾ ਦੇ ਡਿਸਚਾਰਜ ਹੋਣ ਦੇ ਦਰਮਿਆਨ ਕਾਰਮਲ ਕਨਵੈਂਟ ਸਕੂਲ ਦੀ ਪ੍ਰਿੰਸੀਪਲ ਸਣੇ ਸਕੂਲੀ ਬੱਚੇ ਤੇ ਸਟਾਫ ਵੀ ਉੱਥੇ ਪਹੁੰਚੇ ਹੋਏ ਸੀ। ਉੱਥੇ ਜਾਣਕਾਰੀ ਦੇ ਮੁਤਾਬਿਕ ਸ਼ੀਲਾ ਆਪਣੇ ਪੰਜਾਬ ਵਿਖੇ ਘਰ ਚਲੀ ਗਈ ਹੈ। ਉਸ ਦੀ ਧੀ ਤੇ ਉਸ ਦਾ ਪੁੱਤ ਪੜ੍ਹਾਈ ਕਰਦਾ ਹੈ।
ਸ਼ੀਲਾ ਪਰਿਵਾਰ ਦੇ ਨਾਲ ਪਹਿਲਾਂ ਕਿਸ਼ਨਗੜ੍ਹ ਪਿੰਡ ਦੇ ਵਿੱਚ ਰਹਿ ਰਹੀ ਸੀ। ਉਧਰ ਸ਼ੀਲਾ ਦੇ ਪੁੱਤ ਨੇ ਦੱਸਿਆ ਕਿ ਉਸ ਦੀ ਮਾਂ ਹੁਣ ਥੋੜਾ ਬੋਲਣ ਲੱਗ ਪਈ ਹੈ, ਪਰ ਅਜੇ ਵੀ ਥੋੜਾ ਬਹੁਤ ਕਨਫਿਊਜ਼ ਰਹਿੰਦੀ ਹੈ। ਉੱਥੇ ਕਰਨ ਨੇ ਦੱਸਿਆ ਕਿ ਸਕੂਲ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ ਤੇ ਕਰਨ ਅਜੇ 10ਵੀਂ ਦੇ ਵਿੱਚ ਪੜ੍ਹਦਾ ਹੈ। ਕਰਨ ਮੰਮਾ ਦੀ ਛੁੱਟੀ ਹੋ ਗਈ? ਹਾਂਜੀ ਅੱਛਾ, ਕੀ ਕਹਿੰਦੇ ਆ ਡਾਕਟਰ ਹੁਣ? ਹੁਣ ਤਾਂ ਠੀਕ ਨੇ, ਬਸ 5-6 ਮਹੀਨੇ ਨੂੰ ਆਰਾਮ ਕਰਨਗੇ। 5-6 ਮਹੀਨੇ ਫਿਰ ਦਿਖਾਣ ਤੁਹਾਨੂੰ ਆਣਾ ਪੈਣਾ ਪੀਜੀਆਈ? ਹਾਂਜੀ ਉਹ ਦਵਾਈ ਵਗੈਰਾ ਦੇਖਣੀ। ਅੱਛਾ, ਤੇ ਹੁਣ ਤੁਸੀਂ ਪਿੰਡ ਚੱਲੇ ਹੋ? ਨਾ ਮੈਂ ਤਾਂ ਉਰੇ ਹੀ ਆ, ਮੰਮਾ ਤਾਂ ਪਿੰਡ ਗਏ। ਕੌਣ ਕੌਣ ਜਾਏਗਾ ਮੰਮਾ ਦੇ ਨਾਲ? ਮਾਮਾ ਮਾਮੀ ਤੇ ਸਿਸਟਰ ਤੇ ਬਸ ਮੰਮਾ ਗਏ। ਕਿੱਥੇ ਹੈ ਤੁਹਾਡਾ ਪਿੰਡ, ਕਿੱਥੇ ਹੈ? ਪੰਜਾਬ ਸਾਈਡ ਲੁਧਿਆਣਾ। ਲੁਧਿਆਣੇ ਦੇ। ਹਾਂਜੀ ਅੱਛਾ, ਡਾਕਟਰ ਕੀ ਕਹਿੰਦੇ ਨੇ? ਮੰਮਾ ਬੋਲ ਰਹੇ ਨੇ ਪ੍ਰੋਪਰ ਹੁਣ? ਹਾਂਜੀ ਪ੍ਰੋਪਰ ਤਾਂ ਬੋਲਦੇ ਨੇ। ਮੰਮਾ ਨੂੰ ਪਤਾ ਸਾਰਾ ਕੁਝ? ਹਾਂਜੀ ਥੋੜੀ ਕਨਫਿਊਜ਼ਨ ਹੋ ਜਾਂਦੀ मुझे थोड़ा मैं भगवान को शुक्र अदा करता हूँ। मम्मी अब ठीक है, स्कूल वालों का शुक्र अदा करता हूँ और पड़ोस वालों का शुक्र अदा करता हूँ कि मम्मी अब ठीक है। ਉੱਥੇ ਪ੍ਰਸ਼ਾਸਨ ਤੋਂ ਇਨਸਾਫ ਦੀ ਖਬਰ ਅਜੇ ਤੱਕ ਨਹੀਂ ਆਈ ਹੈ। ਦਰਅਸਲ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 1 ਮਹੀਨਾ ਪਹਿਲਾਂ ਸਕੂਲ ਵਿੱਚ ਡਿੱਗੇ ਰੁੱਖ ਦੀ ਲਾਪਰਵਾਹੀ ਅਜੇ ਤੈਅ ਨਹੀਂ ਕਰ ਪਾਇਆ। ਸੈਕਟਰ 3 ਥਾਣਾ ਪੁਲਿਸ ਨੇ ਅਗਿਆਤ ਦੇ ਖਿਲਾਫ ਲਾਪਰਵਾਹੀ ਵਰਤਣ ਦਾ ਮਾਮਲਾ ਦਰਜ ਕੀਤਾ ਸੀ ਤੇ ਆਈਪੀਸੀ ਦੀ ਧਾਰਾ 304A 336 ਦੇ ਤਹਿਤ ਕੇਸ ਦਰਜ ਕੀਤਾ ਸੀ। ਚੰਡੀਗੜ੍ਹ ਦੇ ਪ੍ਰਸ਼ਾਸਕ BL ਪ੍ਰੋਹਿਤ ਨੇ ਵੀ ਹਾਦਸੇ ਦੇ ਵਿੱਚ ਮਰਨ ਵਾਲੀ ਹੀਰਾਕਸ਼ੀ ਦੇ ਪਰਿਵਾਰ ਨੂੰ 20 ਲੱਖ ਰੁਪਏ ਆਰਥਿਕ ਸਹਿਯੋਗ ਦੇਣ ਦਾ ਐਲਾਨ ਕੀਤਾ ਸੀ ਤੇ ਗੰਭੀਰ ਤੌਰ ਤੇ ਘਾਇਲ ਹੋਏ ਲੋਕਾਂ ਨੂੰ 10 ਲੱਖ ਰੁਪਏ ਤੇ ਹਲਕੀ ਚੋਟ ਲੱਗਣ ਵਾਲੇ ਸਟੂਡੈਂਟ ਨੂੰ 1-1 ਲੱਖ ਰੁਪਏ ਦੀ ਆਰਥਿਕ ਮਦਦ ਦੀ ਘੋਸ਼ਣਾ ਕੀਤੀ ਸੀ, ਜਿਸ ਤੋਂ ਬਾਅਦ ਇਹ ਮੁਆਵਜ਼ਾ ਅੱਗੇ ਚੈੱਕ ਦੇ ਜ਼ਰੀਏ ਦਿੱਤਾ ਜਾਣਾ ਸੀ। ਦੱਸ ਦਈਏ ਕਿ ਘਟਨਾ ਦੇ ਵਿੱਚ 10ਵੀਂ ਦੀ ਇਸਤਾ ਦਾ ਹੱਥ ਕੱਟਿਆ ਗਿਆ ਸੀ ਤੇ ਸੇਜਲ 16 ਸਾਲ ਦੀ ਲੋਅਰ ਸਪਾਈਨ ਦੇ ਵਿੱਚ ਫ੍ਰੈਕਚਰ ਆ ਗਿਆ ਸੀ। ਸੀਲਾ ਪੀਜੀਆਈ ਦੇ ਵਿੱਚ ਵੈਂਟੀਲੇਟਰ ਤੇ ਪਹੁੰਚ ਗਈ ਸੀ ਤੇ ਦਰਜਨ ਭਰ ਤੋਂ ਜ਼ਿਆਦਾ ਬੱਚੇ ਇਸ ਹਾਦਸੇ ਦੇ ਵਿੱਚ ਘਾਇਲ ਹੋ ਗਏ ਸੀ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਖਬਰਾਂ ਤੋਂ ਬਾਅਦ ਰੁਖ ਮੌਸਮ ਦਾ ਕਰ ਲੈਂਦੇ ਆ ਤਾਂ ਗਰਮੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ ਤੇ ਜੇਕਰ ਤੁਸੀਂ ਇੰਤਜ਼ਾਰ ਕਰ ਰਹੇ ਹੋ ਮੌਨਸੂਨ ਦਾ ਤਾਂ ਤੁਹਾਨੂੰ ਦੱਸ ਦਈਏ ਕਿ 12 ਅਗਸਤ ਤੋਂ ਬਾਅਦ ਮੌਨਸੂਨ ਦੇ ਆਉਣ ਦੀ ਸੰਭਾਵਨਾ ਹੈ। ਉਸ ਤੋਂ ਪਹਿਲਾਂ ਇਸੇ ਤਰ੍ਹਾਂ ਦੇ ਨਾਲ ਗਰਮੀ ਤੁਹਾਨੂੰ ਸਤਾਉਂਦੀ ਰਹੇਗੀ। ਜੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਵੱਧ ਤੋਂ ਵੱਧ ਤਾਪਮਾਨ 32.0 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 27.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ, ਫਿਰ ਹੋਊਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।